ਤਾਂ ਆਪਣੀ ਸੈਕਿੰਡ ਵੀਡੀਓ ਬੱਚਿਓ ਇਸ ਸੈਕਿੰਡ ਯੂਨਿਟ ਦੀ ਕਰੰਟ ਐਂਡ ਇਲੈਕਟ੍ਰਿਸਿਟੀ ਦੀ, ਇਹਦੇ ਵਿੱਚ ਆਪਾਂ ਪੜਾਂਗੇ ਡ੍ਰਿਫਟ ਵੈਲੋਸਿਟੀ ਬਾਰੇ, ਜਿਹਨੂੰ ਡਿਨੋਟ ਕਿਹਨਾਂ ਕੀਤਾ ਜਾਂਦਾ v ਦੇ ਪੈਰ 'ਚ d। ਠੀਕ ਆ, v ਤੇ ਵੈਲੋਸਿਟੀ d ਪੈਰ 'ਚ ਡ੍ਰਿਫਟ ਵੈਲੋਸਿਟੀ। ਤਾਂ ਹੁੰਦਾ ਕੀ ਆ, ਦੇਖੋ ਮੈਂ ਤੁਹਾਨੂੰ ਪਹਿਲਾਂ ਸਮਝਾ ਦਿਆਂ ਡ੍ਰਿਫਟ ਵੈਲੋਸਿਟੀ ਕੀ ਹੁੰਦੀ ਆ। ਤਾਂ ਆਹ ਤੁਹਾਡੇ ਕੋਲ ਕੀ ਆ, ਇੱਕ ਕੰਡਕਟਰ। ਕੰਡਕਟਰ ਮਤਲਬ ਕੀ ਹੁੰਦਾ, ਇੱਕ ਵਾਇਰ। ਵਾਇਰ ਨੂੰ ਹੀ ਕੰਡਕਟਰ ਬੋਲਿਆ ਜਾਂਦਾ। ਤਾਂ ਆਪਾਂ ਨੂੰ ਪਤਾ ਵਾਇਰ ਕਾਹਦੀ ਬਣੀ ਹੁੰਦੀ ਆ, ਕਿਸੇ ਮੈਟਲ ਦੀ, ਲੋਹੇ ਦੀ ਵਾਇਰ ਬਣੀ ਹੁੰਦੀ ਆ, ਜਾਂ ਆਪਣੇ ਘਰਾਂ ਜਿਹੜੀਆਂ ਵਾਇਰ ਹੁੰਦੀਆਂ ਕਾਪਰ ਦੀ ਹੁੰਦੀ ਹੈ, ਤਾਂਬੇ ਦੀ। ਠੀਕ ਆ, ਤਾਂ ਇਹਦੇ ਵਿੱਚ ਕੀ ਹੁੰਦੇ ਆ, ਇਲੈਕਟ੍ਰੋਨਸ। ਇਲੈਕਟ੍ਰੋਨਸ ਤੇ ਹੋਰ ਕੀ ਹੁੰਦੇ ਆ, ਹੋਲਸ। ਹੋਲਸ ਕਿਹੜੇ ਹੁੰਦੇ ਆ ਵੀ, ਉਹ ਜਿਹੜੇ ਪੋਜ਼ਿਟਿਵ ਚਾਰਜ ਆਪਾਂ ਹੋਲਸ 'ਤੇ ਮੰਨ ਲੈਂਦੇ ਹਾਂ, ਇਲੈਕਟ੍ਰੋਨਸ 'ਤੇ ਨੈਗੇਟਿਵ ਚਾਰਜ ਮੰਨ ਲੈਂਦੇ ਹਾਂ। ਤਾਂ ਆਪਾਂ ਨੂੰ ਪਤਾ ਵੀ ਇਹ ਜਿਹੜੇ ਇਲੈਕਟ੍ਰੋਨਸ ਹਨ ਇਹ ਮੂਵ ਕਰਦੇ ਰਹਿੰਦੇ ਚਾਰੇ ਪਾਸੇ, ਚਾਰੇ ਪਾਸੇ ਮੂਵ ਕਰਦੇ ਰਹਿੰਦੇ ਆ ਇਲੈਕਟ੍ਰੋਨਸ। ਤਾਂ ਇਹਨਾਂ ਦੀ ਜਿਹੜੀ ਇਹ ਕਿਉਂ ਇਲੈਕਟ੍ਰੋਨ ਮੂਵ ਕਰਦੇ ਆ, ਆਪਣੇ ਆਪ ਮੂਵ ਕਰਦੇ ਆ, ਕਿਹਦੇ ਕਾਰਨ, ਥਰਮਲ ਵੈਲੋਸਿਟੀ ਕਾਰਨ। ਜਿਹੜੀ ਆਪਣੇ ਆਪ ਇਹਨਾਂ ਕੋਲ ਉਹ ਥਰਮਲ ਹੁੰਦੀ ਹੈ ਟੈਂਪਰੇਚਰ ਦੇ ਕਾਰਨ, ਕਿਉਂਕਿ ਆਪਣੇ ਜਿਹੜਾ ਰੂਮ ਟੈਂਪਰੇਚਰ ਹੁੰਦਾ 20 ਡਿਗਰੀ ਸੈਲਸੀਅਸ, ਉਹਦੇ ਕਾਰਨ ਇਹਨਾਂ ਨੂੰ એનર્ਜੀ ਮਿਲ ਜਾਂਦੀ ਆ। ਉਸ એનર્ਜੀ ਦੇ ਕਾਰਨ ਇਹ ਕੀ ਆ, ਮੂਵ ਕਰਨ ਲੱਗ ਪੈਂਦੇ ਆ, ਮਤਲਬ ਵੈਲੋਸਿਟੀ ਮਿਲ ਜਾਂਦੀ ਆ। ਉਸ ਵੈਲੋਸਿਟੀ ਨੂੰ ਜਿਹੜੀ ਟੈਂਪਰੇਚਰ ਦੇ ਕਾਰਨ ਮਿਲੀ ਉਹਨੂੰ ਥਰਮਲ ਵੈਲੋਸਿਟੀ ਬੋਲਿਆ ਜਾਂਦਾ। ਤਾਂ ਥਰਮਲ ਵੈਲੋਸਿਟੀ ਹੋਊਗੀ ਇਹਨਾਂ ਕੋਲੇ। ਤਾਂ ਆਪਾਂ ਕੀ ਕਰਦੇ ਹਾਂ, ਜਦੋਂ ਇਹਨੂੰ ਆਪਾਂ ਕਨੈਕਟ ਕਰਤਾ ਬੈਟਰੀ ਦੇ ਨਾਲ, ਠੀਕ ਆ, ਵਾਇਰ ਨੂੰ, ਤਾਂ ਜਦੋਂ ਬੈਟਰੀ ਨਾਲ ਕਨੈਕਟ ਕੀਤਾ ਨਾ, ਤਾਂ ਜਿਹੜੇ ਇਲੈਕਟ੍ਰੋਨਸ ਆ ਉਹ ਕਿੱਧਰ ਨੂੰ ਚੱਲਣੇ ਸ਼ੁਰੂ ਹੋ ਜਾਣੇ ਆ, ਇੱਧਰ ਨੂੰ। ਕਿਉਂਕਿ ਬੈਟਰੀ ਦਾ ਪੋਜ਼ਿਟਿਵ ਟਰਮੀਨਲ ਜਿੱਧਰ ਨੂੰ ਹੋਊਗਾ, ਇਲੈਕਟ੍ਰੋਨਸ 'ਤੇ ਨੈਗੇਟਿਵ ਚਾਰਜ ਆ, ਤਾਂ ਨੈਗੇਟਿਵ ਪੋਜ਼ਿਟਿਵ ਵੱਲ ਨੂੰ ਅਟਰੈਕਟ ਹੋ ਜਾਣਗੇ। ਤਾਂ ਸਾਰੇ ਇਲੈਕਟ੍ਰੋਨ ਕੀ ਆ, ਇੱਧਰ ਨੂੰ ਮੂਵ ਕਰਨੇ ਸ਼ੁਰੂ ਕਰ ਦੇਣਗੇ। ਹੁਣ ਤਾਂ ਸਾਰੇ ਇਲੈਕਟ੍ਰੋਨ ਇੱਧਰ ਨੂੰ ਮੂਵ ਕਰਨ ਲੱਗ ਗਏ। ਠੀਕ ਆ, ਤਾਂ ਇਲੈਕਟ੍ਰੋਨਾਂ ਦੀ ਜਿਹੜੀ ਵੈਲੋਸਿਟੀ ਆ ਉਹ ਵੀ ਵਧੂਗੀ। ਕਿਉਂਕਿ ਬੈਟਰੀ ਲੱਗੂਗੀ, ਬੈਟਰੀ ਦੇ ਕਾਰਨ ਇਲੈਕਟ੍ਰਿਕ ਫੀਲਡ ਪੈਦਾ ਹੋਊਗੀ। ਇਹਦੇ ਵਿੱਚ ਇਲੈਕਟ੍ਰਿਕ ਫੀਲਡ ਕਿੱਧਰੋਂ ਕਿੱਧਰ ਪੈਦਾ ਹੁੰਦੀ ਆ, ਪੋਜ਼ਿਟਿਵ ਤੋਂ ਨੈਗੇਟਿਵ। ਤਾਂ ਇਲੈਕਟ੍ਰਿਕ ਫੀਲਡ ਇੱਧਰੋਂ ਇੱਧਰ ਪੋਜ਼ਿਟਿਵ ਤੋਂ ਨੈਗੇਟਿਵ ਪੈਦਾ ਹੋਊਗੀ। ਠੀਕ ਆ, ਹਮੇਸ਼ਾ ਹੀ। ਤਾਂ ਇਲੈਕਟ੍ਰਿਕ ਫੀਲਡ ਦੇ ਕਾਰਨ ਇਲੈਕਟ੍ਰੋਨਸ 'ਤੇ ਫੋਰਸ ਲੱਗੂਗੀ। ਫੋਰਸ ਲੱਗਣ ਦੇ ਕਾਰਨ ਆਪਾਂ ਪੜ੍ਹਿਆ ਵੀ +1 ਦੇ ਵਿੱਚ, 9th ਦੇ ਵਿੱਚ, ਜਦੋਂ ਕਿਸੇ ਚੀਜ਼ 'ਤੇ ਫੋਰਸ ਲੱਗਦੀ ਆ ਤਾਂ ਉਹਨਾਂ ਦੀ ਵੈਲੋਸਿਟੀ ਵੱਧਦੀ ਆ, ਉਹਨਾਂ 'ਚ ਐਕਸਲਰੇਸ਼ਨ ਆਉਂਦੀ ਆ। ਠੀਕ ਆ, ਤਾਂ ਇਲੈਕਟ੍ਰੋਨਾਂ ਕੋਲੇ ਪਹਿਲਾਂ ਹੀ ਵੈਲੋਸਿਟੀ ਹੈਗੀ ਆ ਟੈਂਪਰੇਚਰ ਦੇ ਕਾਰਨ, ਹੁਣ ਉਹਨਾਂ ਕੋਲੇ ਬੈਟਰੀ ਦੇ ਕਾਰਨ ਹੋਰ ਵੈਲੋਸਿਟੀ ਆ ਗਈ। ਉਹ ਵੈਲੋਸਿਟੀ ਜਿਹੜੀ ਬੈਟਰੀ ਲੱਗਣ ਦੇ ਕਾਰਨ ਆਈ ਆ, ਉਸ ਐਕਸਟਰਾ ਵੈਲੋਸਿਟੀ ਨੂੰ ਬੋਲਿਆ ਜਾਂਦਾ ਡ੍ਰਿਫਟ ਵੈਲੋਸਿਟੀ। ਕਲੀਅਰ ਆ ਬੱਚੇ? ਬੈਟਰੀ ਲੱਗਣ ਦੇ ਕਾਰਨ ਉਹਨਾਂ 'ਚ ਫੋਰਸ ਲੱਗੂ, ਫੋਰਸ ਦੇ ਕਾਰਨ ਜਿਹੜੀ ਉਹਨਾਂ ਦੀ ਵੈਲੋਸਿਟੀ ਵਧੂਗੀ, ਐਕਸਲੇਸ਼ਨ ਆਊਗੀ, ਉਸ ਵੈਲੋਸਿਟੀ ਨੂੰ ਡ੍ਰਿਫਟ ਵੈਲੋਸਿਟੀ ਬੋਲਿਆ ਜਾਂਦਾ। ਤਾਂ ਹੁਣ ਆਪਾਂ ਟੌਪਿਕ 'ਤੇ ਚੱਲਦੇ ਹਾਂ। ਤਾਂ ਡ੍ਰਿਫਟ ਵੈਲੋਸਿਟੀ ਕੀ ਆ, ਦਾ ਵੈਲੋਸਿਟੀ ਵਿਦ ਵਿਚ ਇਲੈਕਟ੍ਰੋਨਸ ਡ੍ਰਿਫਟਡ ਇਨ ਦਾ ਕੰਡਕਟਰ ਟੂਵਰਡਸ ਦਾ ਪੋਜ਼ਿਟਿਵ ਟਰਮੀਨਲਸ। ਤਾਂ ਵੇਖੋ ਹੁਣ ਜਿਹੜੇ ਇਹ ਇਲੈਕਟ੍ਰੋਨਸ ਆ ਕਿੱਧਰ ਨੂੰ ਜਾਣਗੇ, ਕਿੱਧਰ ਨੂੰ ਵੈਲੋਸਿਟੀ ਲੱਗੂਗੀ, ਐਕਸਟਰਾ ਪੋਜ਼ਿਟਿਵ ਟਰਮੀਨਲਸ ਵੱਲ ਨੂੰ। ਠੀਕ ਆ, the velocity with which electrons drifted in the conductor towards the positive terminal of battery under the influence of electric field। ठीक है, ਇੱਥੇ ਥੋੜਾ ਮੈਂ ਭੁੱਲ ਗਿਆ ਸੀ ਲਿਖਣਾ, under the influence of electric field, electric field ਦੇ ਪ੍ਰਭਾਵ ਹੇਠ is called drift velocity। ਉਸ velocity ਨੂੰ ਬੋਲਾਂਗੇ drift velocity। ਕਲੀਅਰ ਆ? ਹੁਣ ਆਪਾਂ ਇਹਨੂੰ ਡਿਫਾਈਨ ਕਰਦੇ ਹਾਂ। ਐਕਸਪ੍ਰੈਸ਼ਨ ਕੀ ਆ ਬੱਚਿਓ, ਤਾਂ ਤੁਸੀਂ ਇੱਕ ਕੰਡਕਟਰ ਲਿਆ, ਕੰਡਕਟਰ ਦੇ ਵਿੱਚ ਇਲੈਕਟ੍ਰੋਨਸ ਹੈ ਮੂਵ ਕਰ ਰਹੇ ਆ। ਹੋਲ ਆ ਜਿਹੜੇ ਇੱਕੋ ਜਗ੍ਹਾ 'ਤੇ ਖੜੇ ਰਹਿੰਦੇ ਆ, ਜਿਹੜੇ ਪੋਜ਼ਿਟਿਵ ਚਾਰਜ ਹੁੰਦਾ ਇਹਨਾਂ 'ਤੇ, ਪੋਜ਼ਿਟਿਵ ਆਇਨ, ਇਹ ਮੂਵ ਨਹੀਂ ਕਰਦੇ। ਤਾਂ ਆਪਾਂ ਲਿਖ ਲਿਆ ਕੰਸੀਡਰ ਇੱਕ ਕੰਡਕਟਰ ਜਿਹਦੇ 'ਚ ਕਿੰਨੇ ਇਲੈਕਟ੍ਰੋਨਸ ਆ, n ਨੰਬਰ ਆਫ ਇਲੈਕਟ੍ਰੋਨਸ ਐਂਡ ਹੋਲਸ। ਇਲੈਕਟ੍ਰੋਨਸ ਕੰਟੀਨਿਊਸਲੀ ਮੂਵ ਕਿਉਂ ਕਰਦੇ ਰਹਿੰਦੇ ਆ, ਡਿਊ ਟੂ ਥਰਮਲ ਵੈਲੋਸਿਟੀ। ਮੈਂ ਤੁਹਾਨੂੰ ਦੱਸ ਹੀ ਦਿੱਤਾ ਥਰਮਲ ਵੈਲੋਸਿਟੀ ਕੀ ਆ। ਤਾਂ ਆਪਾਂ ਥਰਮਲ ਵੈਲੋਸਿਟੀ ਕਿੰਨੀ ਲੈ ਲੈਂਦੇ ਆ, u1 u2, u1 ਪਹਿਲੇ ਇਲੈਕਟ੍ਰੋਨ ਦੀ, u2 ਦੂਜੇ ਇਲੈਕਟ੍ਰੋਨ ਦੀ, ਤੇ ਆਪਾਂ n ਇਲੈਕਟ੍ਰੋਨ ਲਏ ਆ, ਤਾਂ n ਵਾਲੇ ਇਲੈਕਟ੍ਰੋਨ ਦੀ ਥਰਮਲ ਵੈਲੋਸਿਟੀ ਕਿੰਨੀ ਹੋ ਜੂਗੀ, un। ਕਿਉਂਕਿ u ਆਪਾਂ ਕਾਹਦੇ ਲਈ ਡਿਨੋਟ ਕਰਦੇ ਹੁੰਦੇ, ਇਨੀਸ਼ੀਅਲ ਵੈਲੋਸਿਟੀ। ਤਾਂ ਸਟਾਰਟਿੰਗ ਵੈਲੋਸਿਟੀ ਇਹੀ ਹੈ ਨਾ ਉਹਨਾਂ ਦੀ, ਥਰਮਲ ਵੈਲੋਸਿਟੀ। ਹੁਣ ਜੇ ਆਪਾਂ ਐਵਰੇਜ ਕੱਢਾਂਗੇ ਥਰਮਲ ਵੈਲੋਸਿਟੀ ਦੀ, ਐਵਰੇਜ ਕਿਵੇਂ ਕੱਢਦੇ ਹੁੰਦੇ ਆ, ਸਾਰੀਆਂ ਵੈਲੋਸਿਟੀਆਂ ਨੂੰ ਐਡ ਕਰ ਦਿਓ, ਓਵਰ ਜਿੰਨੇ ਨੰਬਰ ਆਫ ਇਲੈਕਟ੍ਰੋਨ ਆ ਉਹਦੇ ਨਾਲ ਡਿਵਾਈਡ ਕਰ ਦਿਓ। ਜਿਵੇਂ ਮੈਥ ਵਾਲਾ ਆਪਾਂ ਮੀਨ ਕੱਢਦੇ ਹਾਂ, ਤਾਂ ਕਰਕੇ 0 ਕਿਉਂ ਆਇਆ, ਕਿਉਂਕਿ ਦੇਖੋ ਕੋਈ ਇਲੈਕਟ੍ਰੋਨ ਇੱਧਰ ਨੂੰ ਜਾ ਰਿਹਾ, ਇੱਧਰ ਨੂੰ ਜਾ ਰਿਹਾ, ਕੋਈ ਇਲੈਕਟ੍ਰੋਨ ਇੱਧਰ ਨੂੰ ਜਾ ਰਿਹਾ, ਕੋਈ ਇਲੈਕਟ੍ਰੋਨ ਇੱਧਰ ਨੂੰ ਜਾ ਰਿਹਾ। ਤਾਂ ਟੋਟਲ ਕੀ ਆ, ਇਹਦੇ ਜਿਹੜਾ ਟੋਟਲ ਇਫੈਕਟ ਹੋਊਗਾ ਉਹ 0 ਆ।
ਤਾਂ ਹੀ ਜਿਹੜੀ ਆਪਣੀ ਬਿਨਾ ਬੈਟਰੀ ਲਾਏ ਕਰੰਟ ਨਹੀਂ ਨਾ ਇਹਦੇ ਚ ਫਲੋ ਕਰਦਾ, ਕਿਉਂਕਿ ਇਲੈਕਟ੍ਰੋਨ ਤਾਂ ਫਲੋ ਕਰਦੇ ਫਿਰਦੇ ਆ, ਲੇਕਿਨ ਕੋਈ ਕਰੰਟ ਕੋਈ ਇਲੈਕਟ੍ਰੋਨ ਕਿੱਧਰ ਨੂੰ ਜਾ ਰਿਹਾ, ਕੋਈ ਕਿੱਧਰ ਨੂੰ ਜਾ ਰਿਹਾ। ਜਿਵੇਂ ਆ ਇੱਧਰ ਨੂੰ ਜਾ ਰਿਹਾ, ਆ ਇੱਧਰ ਨੂੰ ਜਾ ਰਿਹਾ, ਤਾਂ ਇਹ ਕੀ ਇੱਕ ਦੂਜੇ ਦੇ ਇਫੈਕਟ ਨੂੰ ਕੈਂਸਲ ਆਊਟ ਕਰ ਦੇਣਗੇ, ਕਰੰਟ ਆਪਣੇ ਕੋਲੇ ਹੋਣਾ ਨਹੀਂ। ਠੀਕ ਆ, ਤਾਂ ਜਿਹੜੀ ਐਵਰੇਜ ਵੈਲੋਸਿਟੀ ਹੋਊਗੀ ਸਾਰਿਆਂ ਦੀ ਇਕੱਠੀ ਕਰਕੇ ਵੈਲੋਸਿਟੀ ਪਤਾ ਕਰੀਏ ਉਹ 0 ਆ, ਤਾਂ ਕਰਕੇ ਇਹ ਕੀ ਆ ਕਰੰਟ ਪੈਦਾ ਨਹੀਂ ਕਰਨਗੇ। ਹੁਣ ਆਪਾਂ ਕੀ ਕੀਤਾ, ਇਹਨੂੰ ਕਨੈਕਟ ਕਰ ਦਈਏ ਆਪਾਂ ਬੈਟਰੀ ਦੇ ਨਾਲ, ਇੱਧਰ ਪੋਜ਼ਿਟਿਵ ਟਰਮੀਨਲ ਬੈਟਰੀ, ਇੱਧਰ ਨੈਗੇਟਿਵ ਟਰਮੀਨਲ ਬੈਟਰੀ। ਇਹ ਜਿਹੜਾ ਬੈਟਰੀ ਆ ਇਹਦੇ ਕੋਲੇ ਪੋਟੈਂਸ਼ੀਅਲ ਡਿਫਰੈਂਸ ਕਿੰਨਾ V। ਠੀਕ ਆ, ਤਾਂ ਇਲੈਕਟ੍ਰਿਕ ਫੀਲਡ ਕਿੱਧਰੋਂ ਕਿੱਧਰ ਲੱਗੂਗੀ ਬੈਟਰੀ ਦੇ ਕਾਰਨ, ਪੋਜ਼ਿਟਿਵ ਤੋਂ ਨੈਗੇਟਿਵ ਟਰਮੀਨਲ, ਪੋਜ਼ਿਟਿਵ ਤੋਂ ਨੈਗੇਟਿਵ, ਮਤਲਬ ਇੱਧਰ ਨੂੰ ਇਲੈਕਟ੍ਰਿਕ ਫੀਲਡ, ਅੰਦਰਲੇ ਪਾਸੇ ਵਾਇਰ ਦੇ ਅੰਦਰਲੇ ਪਾਸੇ ਇਲੈਕਟ੍ਰਿਕ ਫੀਲਡ ਆ ਇਹ। ਤਾਂ ਇਹ ਜਿਹੜੀ ਇਲੈਕਟ੍ਰਿਕ ਫੀਲਡ ਆ ਉਹ ਇਲੈਕਟ੍ਰੋਨਸ ਤੇ ਫੋਰਸ ਪਾਊਗੀ, ਇਲੈਕਟ੍ਰੋਨ ਪਹਿਲਾਂ ਹੀ ਮੂਵ ਕਰੀ ਜਾਂਦੇ ਆ, ਤੇ ਹੁਣ ਜਿਹੜੀ ਆ ਇਲੈਕਟ੍ਰੋਨਾਂ ਤੇ ਫੋਰਸ ਪਾਉਣ ਦੇ ਕਾਰਨ ਕੀ ਇਲੈਕਟ੍ਰੋਨ ਐਕਸਲਰੇਟ ਹੋਣਗੇ, ਮਤਲਬ ਉਹਨਾਂ ਦੀ ਸਪੀਡ ਪਹਿਲਾਂ ਦੇ ਨਾਲੋਂ ਵਧੂਗੀ। ਠੀਕ ਆ, ਤਾਂ ਹੁਣ ਜਿਹੜੀ ਫਾਈਨਲ ਵੈਲੋਸਿਟੀ ਆਪਾਂ ਕਿਵੇਂ ਪਤਾ ਕਰਾਂਗੇ, ਆਪਾਂ ਕਿਵੇਂ ਪਤਾ ਕਰਦੇ ਹੁੰਦੇ ਆ, ਆਪਣੇ ਕੋਲ ਇਕੁਏਸ਼ਨ ਹੁੰਦੀ ਹੈ ਕਿ ਜੇ ਤੁਹਾਨੂੰ ਯਾਦ ਹੋਵੇ V = U + AT, ਆਪਾਂ ਪਹਿਲੇ +1 ਦੇ ਵਿੱਚ ਪੜ੍ਹਿਆ ਸੀ। V ਕੀ ਹੁੰਦੀ ਆ ਫਾਈਨਲ ਵੈਲੋਸਿਟੀ, U ਕੀ ਹੁੰਦੀ ਆ ਇਨੀਸ਼ੀਅਲ ਵੈਲੋਸਿਟੀ, A ਹੁੰਦੀ ਆ ਐਕਸਲਰੇਸ਼ਨ, T ਹੁੰਦੀ ਆ ਟਾਈਮ। ਤਾਂ V ਆਪਾਂ ਪਤਾ ਕਰਨੀ ਹੈ ਕਿ ਡ੍ਰਿਫਟ ਵੈਲੋਸਿਟੀ, V ਹੁੰਦੀ ਆ ਫਾਈਨਲ ਵੈਲੋਸਿਟੀ, ਆਪਾਂ ਪਤਾ ਕਰਨੀ ਹੈ ਇਸ ਕੇਸ ਦੇ ਵਿੱਚ ਡ੍ਰਿਫਟ ਵੈਲੋਸਿਟੀ ਕਿੰਨੀ ਆ, ਤਾਂ V ਦੀ ਜਗ੍ਹਾ ਕੀ ਆ ਜੂ VD, U ਕੀ ਆ ਗਈ ਇੱਥੇ ਇਨੀਸ਼ੀਅਲ ਵੈਲੋਸਿਟੀ ਕੀ ਸੀ ਇੱਥੇ ਆਹ। ਠੀਕ ਆ, ਥਰਮਲ ਵੈਲੋਸਿਟੀ ਪਲੱਸ A ਐਕਸਲਰੇਸ਼ਨ, T। ਹੁਣ T ਦੀ ਜਗ੍ਹਾ ਆਪਾਂ ਕੀ ਲਾਵਾਂਗੇ ਟੋ। ਠੀਕ ਆ, T ਨਹੀਂ ਲਾਉਣੀ, T ਦੀ ਜਗ੍ਹਾ ਕੀ ਲੱਗੂਗਾ ਟਾਊ ਬੋਲਿਆ ਜਾਂਦਾ ਇਹਨੂੰ। ਤਾਂ ਆਹ ਇਕੁਏਸ਼ਨ ਆ ਗਈ, V ਦੀ ਜਗ੍ਹਾ VD = U + A ਟਾਊ ਕੀ ਆ, ਟਾਊ ਨੂੰ ਬੋਲਿਆ ਜਾਂਦਾ ਰਿਲੈਕਸੇਸ਼ਨ ਟਾਈਮ, ਤੇ ਇਹਨੂੰ ਡਿਫਾਈਨ ਕਿਵੇਂ ਕੀਤਾ ਜਾਂਦਾ, ਟਾਈਮ ਬਿਟਵੀਨ ਟੂ ਕੋਲੀਜਨਸ। ਹੁਣ ਮੈਂ ਤੁਹਾਨੂੰ ਦੱਸਦਾ ਕੀ ਹੋਊਗਾ। ਦੇਖੋ ਜਿਹੜਾ ਆਪਾਂ ਇਕੁਏਸ਼ਨ ਲਾਉਣੀ ਆ ਇੱਥੇ ਆ V = U + AT, ਤਾਂ ਆਪਾਂ ਸਪੋਜ਼ ਕਰੋ ਆਪਾਂ ਫਾਈਨਲ ਵੈਲੋਸਿਟੀ V ਪਤਾ ਕਰਨੀ ਆ, ਸਟਾਰਟਿੰਗ ਵੈਲੋਸਿਟੀ ਆਪਾਂ ਮੰਨ ਲੈਂਦੇ ਆ 0 ਆ, ਕੋਈ ਚੀਜ਼ ਖੜੀ ਸੀਗੀ, ਐਕਸਲਰੇਸ਼ਨ ਉਹ 'ਚ ਕਿੰਨੀ ਆ ਰਹੀ ਆ 1, ਤੇ ਟਾਈਮ ਆਪਾਂ ਲੈ ਲਿਆ 1, ਤਾਂ 1 ਸੈਕਿੰਡ ਬਾਅਦ ਵੇਖੋ ਕਿੰਨੀ ਆਊਗੀ ਟਾਈਮ, ਜਦੋਂ 1 ਲਿਆ ਤਾਂ ਕਿੰਨੀ ਆਊਗੀ ਫਾਈਨਲ ਵੈਲੋਸਿਟੀ 0, ਤਾਂ 1 × 1 1 1 + 0 1 ਮੀਟਰ/ਸੈਕਿੰਡ। ਜੇ ਵੈਲੋਸਿਟੀ ਕੀ ਆ 2 ਸੈਕਿੰਡ ਪਤਾ ਕਰਨੀ ਆ, U ਤਾਂ 0 ਹੀ ਰਹੂ ਸਟਾਰਟਿੰਗ, A ਤਾਂ 1 ਹੀ ਆ, ਤੇ ਟਾਈਮ ਕਿੰਨਾ ਆ ਗਿਆ 2, 2 ਸੈਕਿੰਡਾਂ ਬਾਅਦ ਕਿੰਨੀ ਵੈਲੋਸਿਟੀ ਹੋ ਜੂ 2, ਤੇ ਜੇ 3 ਬਾਅਦ ਪਤਾ ਕਰਨੀ ਆ T ਦੀ ਜਗ੍ਹਾ 3 ਭਰ ਦੋ, ਕਿੰਨੀ ਆ ਜੂਗੀ। ਤੇ ਇਹਦਾ ਮਤਲਬ ਜਿਵੇਂ ਜਿਵੇਂ ਟਾਈਮ ਵੱਧਦਾ ਉਵੇਂ ਉਵੇਂ ਵੈਲੋਸਿਟੀ ਦੀ ਵੈਲਿਊ ਤੁਹਾਡੀ ਵਧੀ ਜਾਂਦੀ ਹੈ। ਜਿਵੇਂ ਇੱਥੇ ਤੁਹਾਨੂੰ ਪਤਾ ਲੱਗ ਗਿਆ 1 ਸੈਕਿੰਡ ਬਾਅਦ ਵੈਲੋਸਿਟੀ 1 ਹੋ ਗਈ, 2 ਬਾਅਦ 2 ਹੋ ਗਈ, 3 ਬਾਅਦ 3 ਹੋ ਗਈ, ਤੇ ਜੇ 10 ਸੈਕਿੰਡ 10 ਸੈਕਿੰਡ ਬਾਅਦ ਕਿੰਨੀ ਚੈੱਕ ਕਰੂੰਗਾ ਤਾਂ ਵੈਲੋਸਿਟੀ ਹੋ ਜੂਗੀ 10। ਲੇਕਿਨ ਹੁਣ ਇੱਥੇ ਦੇਖੋ ਜਿਹੜੀ ਡ੍ਰਿਫਟ ਵੈਲੋਸਿਟੀ ਆ ਨਾ ਉਹ ਟਾਈਮ ਤੇ ਨਹੀਂ ਡਿਪੈਂਡ ਕਰਦੀ। ਹੁਣ ਸਪੋਜ਼ ਕਰੋ ਤੁਸੀਂ ਬੈਟਰੀ ਲਾਈ ਰੱਖੀ 5 ਸੈਕਿੰਡ ਦੇ ਲਈ, 5 ਸੈਕਿੰਡ ਦੇ ਕਾਰਨ ਇਲੈਕਟ੍ਰੋਨਾਂ ਤੇ ਫੋਰਸ ਲੱਗੇਗੀ 5 ਸੈਕਿੰਡ ਦੇ ਕਾਰਨ, ਤਾਂ ਇਲੈਕਟ੍ਰੋਨਾਂ ਦੀ ਜਿਹੜੀ V ਆ ਵੈਲੋਸਿਟੀ ਫਾਈਨਲ ਵੈਲੋਸਿਟੀ ਬਹੁਤ ਜ਼ਿਆਦਾ ਵੱਧ ਜੂਗੀ। ਠੀਕ ਆ, ਤਾਂ ਇਸ ਲਈ ਤੇ ਉਸ ਤੋਂ ਬਾਅਦ ਜੇ 5 ਸੈਕਿੰਡ ਲਾਵਾਂਗੇ, ਉਸ ਤੋਂ ਬਾਅਦ ਹੁਣ ਮੰਨ ਲਓ ਘੰਟਾ ਲਾਈ ਰੱਖੀ, ਤਾਂ ਟਾਈਮ ਪੂਰਾ ਘੰਟਾ, ਤਾਂ ਘੰਟੇ ਬਾਅਦ ਤਾਂ ਇਲੈਕਟ੍ਰੋਨਾਂ ਦੀ ਸਪੀਡ ਵੀ ਬਹੁਤ ਜ਼ਿਆਦਾ ਵੱਧ ਜੂਗੀ। ਤਾਂ T ਤੇ ਨਹੀਂ ਡਿਪੈਂਡ ਕਰਦੀ। ਕਿਵੇਂ, ਸਪੋਜ਼ ਕਰੋ ਇੱਥੇ ਤੁਹਾਨੂੰ ਮੈਂ ਦੱਸਦਾ, ਆ ਜਿਹੜੇ ਇਲੈਕਟ੍ਰੋਨਸ ਹੁੰਦੇ ਆ, ਆਹ ਹੋਲ ਆ, ਇਲੈਕਟ੍ਰੋਨਾਂ ਨੇ ਕਿੱਧਰ ਨੂੰ ਮੂਵ ਕਰਨਾ, ਇੱਧਰ ਨੂੰ ਪੋਜ਼ਿਟਿਵ ਟਰਮੀਨਲ ਨੂੰ, ਪਹਿਲਾਂ ਹੀ ਮੂਵ ਕਰੀ ਜਾਂਦੇ ਆ ਦੇਖੋ। ਤਾਂ ਜਦੋਂ ਇਲੈਕਟ੍ਰੋਨ ਮੂਵ ਕਰਨ ਦੀ ਕੋਸ਼ਿਸ਼ ਕਰਨਗੇ, ਇਲੈਕਟ੍ਰੋਨਾਂ ਦੇ ਰਾਹ 'ਚ ਕੀ ਆ ਜਾਊਗਾ ਤੁਹਾਡੇ ਕੋਲੇ ਹੋਲਸ ਆ ਜਾਣਗੇ। ਤਾਂ ਇਲੈਕਟ੍ਰੋਨਾਂ ਦੇ ਇੱਥੇ ਸਪੋਜ਼ ਕਰੋ ਬੈਟਰੀ ਲਾਈ ਤਾਂ ਫੋਰਸ ਲੱਗਣ ਦੀ ਵੈਲੋਸਿਟੀ ਵਧੀ, ਜਿਹੜੀ ਵੈਲੋਸਿਟੀ ਵਧੀ ਆ ਉਹ ਕਿਹੜੀ ਆ ਡ੍ਰਿਫਟ ਵੈਲੋਸਿਟੀ ਵਧੀ। ਇੱਥੇ ਕਿਆ ਹੋ ਗਿਆ, ਉਹ ਕੀ ਆ ਹੋਲ ਨਾਲ ਟਕਰਾ ਕੇ ਉਹਨਾਂ ਦੀ ਜਿਹੜੀ ਵੈਲੋਸਿਟੀ ਵਧੀ ਸੀ ਡ੍ਰਿਫਟ ਵੈਲੋਸਿਟੀ ਉਹ ਫੇਰ 0 ਹੋ ਗਈ। ਤਾਂ ਉਹਨਾਂ ਦੀ ਹੁਣ ਪਹਿਲਾਂ ਵਾਲੀ ਵੈਲੋਸਿਟੀ ਰਹਿ ਗਈ U, ਜਿਹੜੀ ਸਟਾਰਟਿੰਗ ਵੈਲੋਸਿਟੀ ਸੀ। ਉਸ ਤੋਂ ਬਾਅਦ ਇੱਥੇ ਹੋਲ ਤੋਂ ਬਾਅਦ ਫੇਰ ਉਹਨਾਂ ਨੇ ਮੂਵ ਤਾਂ ਇੱਧਰ ਨਹੀਂ ਕਰਨਾ, ਫੇਰ U ਨਾ ਆ ਗਏ, ਫਿਰ ਇੱਥੇ ਫੋਰਸ ਲੱਗਣੀ ਸ਼ੁਰੂ ਹੋ ਗਈ ਕਿਉਂਕਿ ਬੈਟਰੀ ਲਾਈ ਬੈਠੇ ਆ, ਲੱਗੀ ਫੋਰਸ ਲੱਗੀ, ਸਪੀਡ ਵਧੀ ਗਈ, ਫੇਰ ਅੱਗੇ ਇੱਕ ਹੋਲ ਆ ਗਿਆ, ਹੋਲ 'ਚ ਵੱਜ ਕੇ ਫੇਰ ਜਿਹੜੀ ਸਟਾਰਟਿੰਗ ਸਪੀਡ ਸੀ ਉਹੀ U ਰਹਿ ਗਈ। ਤਾਂ ਇਹਦਾ ਮਤਲਬ ਆ ਆਪਣੀ ਜਿਹੜੀ ਡ੍ਰਿਫਟ ਵੈਲੋਸਿਟੀ ਆ ਉਹ 'ਤੇ ਡਿਪੈਂਡ ਕਰੂਗੀ ਵੀ ਕਿੰਨਾ ਟਾਈਮ ਡ੍ਰਿਫਟ ਵੈਲੋਸਿਟੀ
ਵੈਲੋਸਿਟੀ ਕਿੰਨਾ ਟਾਈਮ ਵਧੂਗੀ ਵੀ ਆ ਦੋ ਕੋਲੀਜ਼ਨਾਂ ਦੇ ਵਿਚਾਲੇ, ਟਕਰਾਉਣ ਨੂੰ ਕੋਲੀਜ਼ਨ ਬੋਲਦੇ ਆ, ਦੋ ਕੋਲੀਜ਼ਨਾਂ ਦੇ ਵਿਚਾਲੇ ਜਿਹੜਾ ਟਾਈਮ ਆ ਨਾ ਉਸ ਟਾਈਮ ਦੇ ਵਿੱਚ ਹੀ ਆਪਣੀ ਵੈਲੋਸਿਟੀ ਵਧੂਗੀ। ਜੇ ਹੋਲ ਨਾ ਹੁੰਦੇ ਫਿਰ ਆਪਣੀ ਵੈਲੋਸਿਟੀ ਨੇ ਲਗਾਤਾਰ ਵਧੀ ਜਾਣਾ ਸੀ ਤੇ ਇਲੈਕਟ੍ਰੋਨ ਨਾਲ ਸਪੀਡ ਬਹੁਤ ਜ਼ਿਆਦਾ ਹੋ ਜਾਣੀ ਸੀ। ਪਰ ਹੁਣ ਕੀ ਆ, ਇਲੈਕਟ੍ਰੋਨ ਸਟਾਰਟਿੰਗ 'ਚ ਯੂ ਦੀ ਸਪੀਡ ਨਾਲ ਆ ਰਹੇ ਆ, ਫੋਰਸ ਲੱਗਣੀ ਸ਼ੁਰੂ ਹੋਈ, ਉਹਨਾਂ ਦੀ ਡਰਾਫਟ ਵੈਲੋਸਿਟੀ ਆਈ ਉਹਦੇ 'ਚ, ਕਿੰਨਾ ਤੈਰ ਰਹੀ ਜਿੰਨਾ ਚਿਰ ਕੋਲੀਜ਼ਨ ਨਹੀਂ ਹੁੰਦੀ। ਕੋਲੀਜ਼ਨ ਤੋਂ ਬਾਅਦ ਫਿਰ ਉਹਨਾਂ ਨੂੰ ਯੂ ਤੋਂ ਸਟਾਰਟ ਕਰਨਾ ਪਿਆ, ਯੂ ਤੋਂ ਬਾਅਦ ਫਿਰ ਉਹਨਾਂ ਦੀ ਵਧੀ ਡਰਾਫਟ ਵੈਲੋਸਿਟੀ ਫਿਰ ਕਿੰਨਾ ਟਾਈਮ ਵੱਧਦੀ ਆ, ਜਿੰਨਾ ਟਾਈਮ ਆਹ ਦੋ ਕੋਲੀਜ਼ਨਾਂ ਦੇ ਵਿਚਾਲੇ ਟਾਈਮ, ਉਹ ਕੀ ਆ, ਟਾਊ। ਤਾਂ ਇੱਥੇ ਤਾਂ ਕਰਕੇ ਆਪਣੀ ਡਰਾਫਟ ਵੈਲੋਸਿਟੀ ਟੀ 'ਤੇ ਡਿਪੈਂਡ ਨਹੀਂ ਕਰਦੀ ਵੀ ਕਿੰਨੇ ਟਾਈਮ ਤੱਕ ਬੈਟਰੀ ਲਾਵਾਂਗੇ, ਇਹ ਡਿਪੈਂਡ ਕਰਦੀ ਆ ਟਾਊ 'ਤੇ, ਰਿਲੈਕਸੇਸ਼ਨ ਟਾਈਮ 'ਤੇ, ਵੀ ਟਾਈਮ ਬਿਟਵੀਨ ਟੂ ਕੋਲੀਜ਼ਨ। ਤਾਂ ਮੈਂ ਤੁਹਾਨੂੰ ਦੱਸਦਾ ਟਾਊ ਕੀ ਆ, ਰਿਲੈਕਸੇਸ਼ਨ ਟਾਈਮ ਇਜ਼ ਡਿਫਾਈਨਡ ਐਜ਼ ਦਾ ਟਾਈਮ ਬਿਟਵੀਨ ਟੂ ਕੋਲੀਜ਼ਨ। ਡਰਾਫਟ ਵੈਲੋਸਿਟੀ ਡਿਪੈਂਡ ਨਹੀਂ ਕਰਦੀ ਟਾਈਮ 'ਤੇ, ਡਿਪੈਂਡ ਕਰਦੀ ਆ ਰਿਲੈਕਸੇਸ਼ਨ ਟਾਈਮ। ਅੱਗੇ ਹੁਣ ਐਕਸਲਰੇਸ਼ਨ ਕੀ ਆ, ਆਪਣੇ ਕੋਲ ਆ ਫਾਰਮੂਲਾ ਹੁੰਦਾ F = ma, ਨਿਊਟਨ ਦਾ ਜਿਹੜਾ ਸੈਕੰਡ ਲਾਅ ਆ ਉਹਦੇ 'ਚੋਂ A ਦੀ ਵੈਲਿਊ ਕੱਢ ਲਓ, ਉਹ ਕੀ ਆ ਜੂ F/m। ਇੱਕ ਆਪਣੇ ਕੋਲ F ਆ ਵੀ ਹੁੰਦਾ ਕਿਉਂਕਿ ਆਪਣੇ ਕੋਲ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕੀ ਹੁੰਦੀ ਆ, ਫੋਰਸ ਪਾਉਣ ਚਾਰਜ, ਆਪਾਂ ਪਹਿਲੇ ਚੈਪਟਰ 'ਚ ਕੀਤਾ ਸੀ। ਇਹ ਤੋਂ ਫੋਰਸ ਕੱਢਣੀ ਹੋਵੇ ਆ ਕਿਉਂ ਇੱਧਰ ਆ ਜੂਗੀ, ਕਿਉਂ ਕੀ ਆਪਣੇ ਕੋਲ ਐਤਕੀ ਆਪਾਂ E ਲਿਆ ਕਿਉਂਕਿ ਕਿਉਂ ਚਾਰਜ ਹੀ ਹੁੰਦਾ ਤੇ E ਵੀ ਇਲੈਕਟ੍ਰੋਨ ਚਾਰਜ ਹੀ ਆ, -E ਕਿਉਂਕਿ ਇਲੈਕਟ੍ਰੋਨ ਆ। ਤਾਂ F ਕੀ ਆ ਗਿਆ -E, ਇਹ 'ਚ ਵੈਲਿਊ ਭਰ ਦਿਓ। ਐਕਸਲਰੇਸ਼ਨ ਆ ਗਿਆ -E/m। ਹੁਣ ਜਿਹੜੀ ਪਹਿਲੀ ਇਕੁਏਸ਼ਨ ਆ ਉਹ 'ਚ ਵੈਲਿਊ ਭਰ ਦਿਓ। ਤਾਂ ਇੱਥੇ ਦੇਖੋ U ਤਾਂ ਤੁਹਾਡੀ U ਦੀ ਵੈਲਿਊ ਭਰੋਗੇ ਤਾਂ ਉੱਪਰਲੇ ਪਾਸਿਓਂ U ਤਾਂ 0 ਆ ਗਈ, A ਦੀ ਵੈਲਿਊ ਆਪਣੇ ਕੋਲੇ ਭਰਤੀ, ਉਹਨੂੰ ਪਹਿਲੀ ਇਕੁਏਸ਼ਨ ਮੰਨ ਕੇ A ਦੀ ਇਕੁਏਸ਼ਨ ਆਪਣੇ ਕੋਲੇ -E/m ਉਹ ਭਰਤੀ, ਟਾਊ ਦੀ ਹੈਗਾ ਉਵੇਂ ਟਾਊ ਰਹਿੰਦਾ, ਤਾਂ 0 ਤਾਂ ਉਵੇਂ ਰਹਿੰਦੀ ਆ, ਪਲੱਸ ਮਾਈਨਸ ਹੋ ਗਿਆ, ਤਾਂ ਕੀ ਆ ਗਿਆ ਤੁਹਾਡੇ ਕੋਲ ਡਰਾਫਟ ਵੈਲੋਸਿਟੀ ਦਾ ਇਕੁਏਸ਼ਨ। ਤਾਂ ਡਰਾਫਟ ਵੈਲੋਸਿਟੀ ਦਾ ਇਕੁਏਸ਼ਨ ਆ ਬੱਚੇ, ਠੀਕ ਆ।